नमस्कार दोस्तों। मतलब कि हद है किसी बात की, कोई हद होती है कि भाई ये इतना झूठ बोलना है, इतना झूठ नहीं बोलना है। लेकिन झूठ पे झूठ, झूठ पे झूठ, कितना झूठ बोलोगे आप? पहले तो ये बताओ हमारे को, कितना झूठ बोल सकते हो? वो भी एक संविधान के अंदर, एक संसद के अंदर खड़े होके। हर नेता ने झूठ बोल लिया, हर एक नेता ने झूठ बोल लिया। हम पंजाब के लिए ये करेंगे, हम पंजाब का ये करेंगे, बंदे सिंह होकर या करेंगे, फलान करेंगे, ढिमकान करेंगे। क्या मिला उससे? कुछ भी हासिल नहीं होया। पता आप लोगों को इस बात का? चलो पहले आप उन नेताओं के बयान सुनाते हैं आपको। ਇਹਦਾ ਵਿਰੋਧ ਦੇ ਵਿੱਚ ਮੈਂ ਖੜਾ ਹੋਇਆ ਕਿਉਂਕਿ ਮੈਂ ਪੰਜਾਬ ਤੋਂ ਆਉਣਾ। ਸਾਡੇ ਮੈਨੂੰ ਲੱਗਦਾ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਕੋਈ ਏਦਾਂ ਦਾ ਪਰਿਵਾਰ ਨਹੀਂ ਜਿਹਦੇ 'ਚ ਮੌਜੂਦਾ ਜਾਂ ਪਹਿਲਾਂ ਕੋਈ ਆਰਮੀ ਦੇ ਵਿੱਚ ਨਾ ਰਿਹਾ ਹੋਵੇ। ਆਰਮੀ ਦੇ ਵਿੱਚ ਵੀ ਤੇ ਜਿਹੜੀਆਂ ਆਰਮਡ ਫੋਰਸਸ ਦੇ ਵਿੱਚ ਵੀ ਤੁਸੀਂ ਕਿਤੇ ਜਾਓਗੇ, ਕਿਸੇ 에ਅਰਪੋਰਟ ਤੇ ਦੇਖੋਗੇ, ਇੱਥੇ ਵੀ ਸਾਡੇ ਜੋ ਪਾਰਲੀਮੈਂਟ ਸਿਕਿਉਰਿਟੀ ਲੱਗੀ ਹੋਈ ਹੈ, ਤੁਹਾਨੂੰ ਪੰਜਾਬ ਦੇ ਮੁੰਡੇ ਪੱਗਾਂ ਵਾਲੇ ਹਰ ਜਗ੍ਹਾ ਦਿਖ ਜਾਣਗੇ। ਤੇ ਉਹਨਾਂ ਦੀਆਂ ਤਾਂ ਆਲਰੇਡੀ ਇੰਨੀਆਂ ਸਮੱਸਿਆਵਾਂ ਸੀ, ਉਹ ਕਿਤੇ ਮਿਲਦੇ ਆ, 에ਅਰਪੋਰਟ ਤੇ ਮਿਲਦੇ ਆ, ਗੱਲ ਕਰਦੇ ਆ ਕਿ ਜੀ ਸਾਨੂੰ, ਅਸੀਂ ਜਦੋਂ ਆਰਮੀ ਦੇ ਨਾਲ ਮੋਢਾ ਲਾ ਕੇ ਦੇਸ਼ ਦੀ ਸੁਰੱਖਿਆ ਦੇ ਲਈ ਬਰਾਬਰ ਯੋਗਦਾਨ ਪਾਉਣੇ ਆ, ਤੇ ਨਾ ਸਾਨੂੰ ਪੈਨਸ਼ਨ ਹੈ, ਨਾ ਸਾਡੇ ਕੋਈ ਵਰਕਿੰਗ ਆਵਰਸ ਹੈ, ਤੇ ਉਹਨਾਂ ਦੇ ਨਾ ਹੀ ਜਿਹੜਾ ਕੋਈ ਪ੍ਰਮੋਸ਼ਨ ਵਾਲੇ, ਇੰਨੇ ਉਹਨਾਂ ਦੇ ਮਸਲੇ ਆ। ਸੋ ਜ਼ਰੂਰਤ ਤਾਂ ਸੀ ਕਿ ਅਸੀਂ ਉਹਨਾਂ ਦੇ ਵਿੱਚ ਸੁਧਾਰ ਕਰਤੇ, ਉਲਟਾ ਉਹਨਾਂ ਨੂੰ ਹੀ ਇੱਕ ਨਵਾਂ, ਜਿਹੜਾ ਮੈਂ ਕਹੂੰਗਾ ਇੱਕ ਬਹੁਤ ਵੱਡਾ ਇੱਕ ਨਵਾਂ ਪੁਆੜਾ ਜਿਹੜਾ ਉਹਨਾਂ ਲਈ ਹੋਰ ਪਾਤਾ। ਸੋ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਕਾਰਨ ਜੋ ਮੈਨੂੰ ਲੱਗਦਾ ਹੈ ਕਿ ਅੱਜ ਇੱਕ ਨਵਾਂ ਮੁੰਡਾ, ਉਹ ਵੀ UPSC ਕਲੀਅਰ ਕਰਕੇ ਆ ਰਿਹਾ, ਉਹ 22-23 ਸਾਲ ਦਾ, ਉਹ ਅਸਿਸਟੈਂਟ ਕਮਾਂਡਰ ਭਰਤੀ ਹੋ ਗਿਆ। ਤੁਸੀਂ ਦੇਖੋ ਕਿ ਉਹਦੇ ਲਈ ਬੇਇਨਸਾਫੀ ਨਹੀਂ। ਉਹ 30 ਸਾਲ ਨੌਕਰੀ ਕਰੇ, 35 ਸਾਲ ਨੌਕਰੀ ਕਰੇ, ਉਹ ਇਹ ਸੋਚ ਹੀ ਨਹੀਂ ਸਕਦਾ ਕਿ ਮੈਂ ਟੌਪ ਮੋਸਟ ਪੋਸਟ ਤੇ ਜਾ ਕੇ ਬੈਠ ਸਕਦਾ। ਸੋ ਸਿੱਧਮ ਸਿੱਧੀ ਜਿਹੜਾ ਆਰਟੀਕਲ 14 ਤੇ ਸੰਵਿਧਾਨ ਦਾ ਆਰਟੀਕਲ 16, ਉਹਦੇ ਲੰਘਣਾ। ਤੇ ਦੂਜਾ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਇਹਦੀ ਜ਼ਰੂਰਤ ਕੀ ਪਈ ਸੀ, ਕਿਉਂਕਿ ਮੈਨੂੰ ਲੱਗਦਾ ਕਿ ਜਿਹੜੇ ਵਿਅਕਤੀ ਨੇ ਇੱਕ ਡਿਪਾਰਟਮੈਂਟ ਦੇ ਵਿੱਚ ਕੰਮ ਕੀਤਾ, ਉਹ ਸਮਝਦਾ ਹੈ ਕਿ ਸਾਡੇ ਡਿਪਾਰਟਮੈਂਟ ਦੀਆਂ ਗਰਾਊਂਡ ਦੀਆਂ ਸਮੱਸਿਆਵਾਂ ਕੀ ਨੇ, ਉਹ ਸਮਝਦਾ ਹੈ ਕਿ ਸਾਡੀ ਹਾਇਰਾਰਕੀ ਕਿਸ ਤਰ੍ਹਾਂ ਦੀ ਹੈ। ਉਹਦੇ ਨਾਲੋਂ ਬਿਹਤਰ ਜੇ ਉਹ ਉੱਪਰਲੀ ਪੋਜੀਸ਼ਨ ਤੇ ਕਿਤੇ ਜਾਂਦਾ, ਉਹਦੇ ਨਾਲ ਬਿਹਤਰ ਕੌਣ ਚਲਾ ਸਕਦਾ ਹੈ? ਤੇ ਤੁਸੀਂ ਕਹਿ ਰਹੇ ਹੋ ਅਸੀਂ ਕੋਈ IPS ਜਿਹੜੇ ਕੋਈ ਉਹਨਾਂ ਦੇ ਅਗੇਂਸਟ ਨਹੀਂ, ਪਰ ਮੈਨੂੰ ਲੱਗਦਾ ਕਿ ਜਿਹੜਾ ਇੱਕ ਪ੍ਰਮੋਟਡ ਜਿਹੜਾ ਆਫੀਸਰ ਹੈ, ਉਹ ਜ਼ਿਆਦਾ ਅੱਛੇ ਤਰੀਕੇ ਨਾਲ ਚਲਾ ਸਕਦਾ ਹੈ। ਕਿਉਂਕਿ ਜੇ ਮੈਂ ਸਾਡੇ ਪੰਜਾਬ ਦੀ ਵੀ ਗੱਲ ਕਰਾਂ, ਹੁਣ ਸਾਡੇ ਉੱਥੇ ਜਿਹੜੀਆਂ ਡਰੱਗ ਸਮਗਲਿੰਗ ਦੀ ਸਮੱਸਿਆ, ਬਾਰਡਰ ਸਟੇਟ ਕਰਕੇ ਜਿਹੜਾ ਕ੍ਰਾਸ ਬਾਰਡਰ ਟੈਰਰਿਜ਼ਮ ਹੈ, ਹੁਣ ਜਿਹੜਾ ਕੋਈ ਉੱਥੇ ਲੋਕਲ ਐਕਸਪੀਰੀਅੰਸ ਹੈ, ਜਿਹਨੇ ਉੱਥੇ ਕੰਮ ਕੀਤਾ ਉਹਨਾਂ ਪ੍ਰਸਥਿਤੀਆਂ ਦੇ ਵਿੱਚ, ਉਹ ਮੈਨੂੰ ਲੱਗਦਾ ਕਿ ਬਿਹਤਰ ਤਰੀਕੇ ਨਾਲ ਇਹਨੂੰ ਲੀਡ ਕਰ ਸਕਦਾ। ਪਰ ਮੈਨੂੰ ਸਰਕਾਰ ਦੀ ਮਜਬੂਰੀ ਨਹੀਂ ਸਮਝ ਆਉਂਦੀ ਕਿ ਕੀ ਮਜਬੂਰੀ ਹੈ ਕਿ ਇਹ ਜਿਹੜਾ ਬਿੱਲ ਲੈ ਕੇ ਆਂਦਾ ਮੰਤਰੀ ਜੀ ਬੈਠੇ, ਇਹ ਕਿਉਂਕਿ ਇੱਕ ਤਾਂ ਹੁੰਦਾ ਨਾ ਵੀ ਭਾਈ ਸਰਕਾਰ ਨੂੰ ਕੋਈ ਪੋਲੀਟੀਕਲ ਬੈਨੀਫਿਟ ਹੋ ਰਿਹਾ, ਤੇ ਉਹ ਵੀ ਨਹੀਂ ਮੈਨੂੰ ਇਹਦੇ ਵਿੱਚ ਦਿਖ ਰਿਹਾ। ਇਹ ਮੈਨੂੰ ਲੱਗਦਾ ਕਿ ਸਿੱਧਮ ਸਿੱਧਾ ਜੋ ਸਰਕਾਰ ਦਾ ਇਹ ਤਰੀਕਾ ਹੈਗਾ ਕਿ ਅਸੀਂ ਜੋ ਗੱਲ ਕਹਿਤੀ ਉਹਨੂੰ ਕੋਈ ਪਲਟਾ ਨਹੀਂ ਸਕਦਾ। ਜੇ ਸੁਪਰੀਮ ਕੋਰਟ ਨੇ ਵੀ ਕਿਹਾ ਤਾਂ ਅਸੀਂ ਹੁਣ ਇਹਨੂੰ ਬਦਲ ਕੇ ਦਿਖਾਉਣਾ, ਕਿਉਂਕਿ ਇਸ ਤੋਂ ਪਹਿਲਾਂ ਵੀ ਦਿੱਲੀ ਦੇ ਵਿੱਚ ਇੱਕ ਕੋਰਟ ਨੇ ਫੈਸਲਾ ਕੀਤਾ ਕਿ ਜੀ ਜਿਹੜੀਆਂ ਦਿੱਲੀ ਦੀਆਂ ਟ੍ਰਾਂਸਫਰ ਦਾ ਉਹ ਦਿੱਲੀ ਸਰਕਾਰ ਕਰੂਗੀ। ਤਾਂ ਇਹਨਾਂ ਨੇ ਤੁਸੀਂ ਦੇਖੋ ਵੀ ਨਾਲ ਦੀ ਨਾਲ ਉਹਨੂੰ ਪਲਟਣ ਦੇ ਲਈ ਜਿਹੜਾ ਆਰਡੀਨੈਂਸ ਲਿਆਂਦਾ, ਤੇ ਉਸ ਤੋਂ ਬਾਅਦ ਇੱਥੇ ਪਾਰਲੀਮੈਂਟ ਚ ਲਿਆ ਕੇ ਉਹਨੂੰ ਕੋਰਟ ਦੇ ਫੈਸਲੇ ਨੂੰ ਬਦਲਾਤਾ। ਪਰ ਇਹਦੇ ਵਿੱਚ ਤਾਂ ਮੈਨੂੰ ਲੱਗਦਾ ਕੋਈ ਪੋਲੀਟੀਕਲ ਬੈਨੀਫਿਟ ਵੀ ਨਹੀਂ ਹੋ ਰਿਹਾ। ਸਿਰਫ ਤੇ ਜੋ 10-11 ਲੱਖ ਜਿਹੜੇ ਇਹ ਆਰਮਡ ਫੋਰਸਸ ਹੈ, ਇਹਨਾਂ ਨੇ ਸਾਰਿਆਂ ਨੇ ਸਰਕਾਰ ਨੇ ਅਗੇਂਸਟ ਭੁਗਤਣਾ, ਤੇ ਸਰਕਾਰ ਨੂੰ ਪਤਾ ਵੀ ਹੈ, ਸਿਰਫ ਇੱਕ ਸੱਤਾ ਦੇ ਨਸ਼ੇ 'ਚ ਕਿ ਜੀ ਜੋ ਗੱਲ ਅਸੀਂ ਕਹਿਤੀ ਉਹ ਅਸੀਂ ਪਗਾਉਣੀ ਆ, ਤਾਰਕ ਕਰਕੇ ਜਿਹੜਾ ਇਹ ਬਿੱਲ ਲੈ ਕੇ ਆਂਦਾ ਜਾ ਰਿਹਾ। ਸੋ ਇਹ ਬਹੁਤ ਵੱਡੀ ਬੇਇਨਸਾਫੀ ਹੈ। ਮੇਰੀ ਸਰਕਾਰ ਨੂੰ ਬੇਨਤੀ ਹੈ, ਮੰਤਰੀ ਜੀ ਬੈਠੇ ਹੈ, ਕਿ ਇਹਨੂੰ ਰਿਵਿਊ ਕੀਤਾ ਜਾਵੇ, ਇਹਨੂੰ ਜਿਹੜੀ ਸਿਲੈਕਟਿਵ ਕਮੇਟੀ ਕੋਲੇ ਭੇਜਿਆ ਜਾਵੇ, ਤਾਂ ਕਿ ਜਿਹੜੇ ਇਸ ਡਿਪਾਰਟਮੈਂਟ 'ਚ ਕੰਮ ਕਰਨ ਵਾਲੇ ਜਿਹੜੇ ਲੋਕ ਹੈ, ਉਹਨਾਂ ਨੂੰ ਬੁਲਾ ਕੇ ਪੁੱਛਿਆ ਜਾਵੇ ਕੀ ਉਹਨਾਂ ਦੇ ਸਮੱਸਿਆਵਾਂ ਨੇ, ਤਾਂ ਇਹਨੂੰ ਦੁਬਾਰਾ ਰਿਵਿਊ ਕਰਕੇ ਮੈਂ ਸਮਝਦਾ ਜਿਹੜਾ ਇਹ ਖਰੜਾ ਹੈ ਜਿਹਦੇ 'ਚ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇ, ਇਹ ਦੁਬਾਰਾ ਜਿਹੜਾ ਫਿਰ आपके द्वारा इस संसद का और हमारी सरकार का ध्यान। हाँ जी, कुछ समझ में आया आप लोगों को? नहीं समझ में आया होगा। अभी है ना, इन लोगों के बयान सुना दोबारा, तब आपकी समझ में आएगा। पंजाब के में जो मानव अधिकारों का हनन हो रहा है, जो दर्जनों जेल में हमारे जो लोग हैं,
जो राजनीतिक कारणों से जिनको अलग अलग कोर्टों ने सजा दी और वो अपनी पूरी सजा भुगत चुके हैं, उसके बावजूद वो दशकों से जेलों की सलाखों के पीछे बंद है। वहां मानवीय अधिकारों का हनन हो रहा है, उनका जो नेचुरल जस्टिस है उसका अपमान है, जो इंटरनेशनल जो लॉ है, जो 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 कैदियों के अधिकार होते हैं उनका भी हनन है। पंजाब के अनेकों पार्टियों द्वारा और हमारे अनेकों सांसदों द्वारा, अभी कुछ दिन पहले हमारे सांसद कांग्रेस के सांसद महोदय ने इस बारे में सवाल उठाया था। तो मैं आपसे बेनती करता हूं, बैठो बैठो, उन लोगों कोई बात नहीं। आप कहते हैं जिनको अलग अलग कोर्टों ने सजा दी और वो अपनी पूरी सजा भुगत चुके हैं, उसके बावजूद वो दशकों से जेलों की सलाखों के पीछे बंद है। वहां मानवीय अधिकारों का हनन हो रहा है, उनका जो नेचुरल जस्टिस, या तो ये बता देंगे जो डाल दिया जाता है हमारे भारत के रहने वाले लोगों को, एक तरफ पाकिस्तान से माननीय मंत्री जी देखते हैं, दूसरी तरफ भारत की सरकार इसका। हालांकि माननीय सदस्य का प्रश्न मूल प्रश्न से अलग है, पर फिर भी पंजाब की स्थिति के बारे में माननीय सदस्य को बता, NHI से संबंधित NHI बता रहा हूँ जी। राज्य सरकार जब हमें ये बोलती है कि इस हाईवे को, चाहे वो स्टेट हाईवे हो, नेशनल में वेस्ट करना है, तो उसके बाद उसके ऊपर जांच की जाती है। अमृतसर हाईवे है, वहां पर भी जहां पर एक्सीडेंट होते हैं उसमें से 34। चलो आपको मोटी मोटी बात सुना देते हैं। इलाज फ्री होना चाहिए कैंसर के मरीज का। धन्यवाद। आखिर राघव चड्ढा को, हाँ जी श्रीमान जी, कुछ समझ में आया आप लोगों को? शायद ही कुछ समझ में आया होगा, शायद ही कुछ समझ में आया होगा आप लोगों को। आप लोगों को एक बात समझ लेनी चाहिए कि ये लोग पंजाब को सिर्फ दबाना चाहते हैं, सिर्फ दबाना। कोई कांग्रेस का लीडर बोल रहा है, कोई आम आदमी का लीडर बोल रहा है, कोई भाई बीजेपी का लीडर बोल रहा है, बोलते सभी हैं भाई पंजाब को उसको हक मिलने चाहिए। हक कब मिलेंगे भाई? हक कब मिलेंगे ये बताओ हमारे को। सिर्फ हमारे को एक जवाब चाहिए, हमारे हक कब मिलेंगे? अगर पंजाबी में बोलने, हो सकता मेरी पंजाबी थोड़ी गलत हो, लेकिन भाई आप लोग थोड़ा संभाल लेना। साडा हक इत्थे रख, हमें हमारा हक चाहिए, भीख नहीं चाहिए। भीख हम नहीं मांगते कभी, और ना कभी सिक्कों ने भीख मांगी है। सिक्कों ने हमेशा भीख दी है, मांगी नहीं है। लेकिन ये बात कब समझोगे आप? साडा हक इत्थे रख, आराम से रख, ठीक है ना? चाहे मोगली हो, चाहे मोगली की माता हो, जो माता वो बहुत दिन पहले ऊपर चली गई थी 84-85 में, ठीक है ना? तो मोगली इतना याद रखना, अगर हम हक मांगना जानते हैं तो हक लेना भी जानते हैं। लेकिन समस्या ये है कि हमारे कुछ भाई तुम्हारे जाल में फंसे हुए हैं, तुम्हारे जाल में फंसे हुए हैं। सिर्फ उनको जाल से निकालना है और वो जल्दी निकलेंगे, और उसके बाद अपना हक लेके दिखा देंगे। आप लोगों की क्या राय है इसके बारे में? अपनी राय रखना, आपका कहना रहेगा। सभी साथियों को राम राम, नमस्कार, आदाब, सत श्री अकाल। वीडियो को ज्यादा से ज्यादा शेयर, चैनल को सब्सक्राइब और बेल आइकन को जरूर करना दोस्तों। ऑफिशियल दीपक फौजी यूट्यूब चैनल, बात हक और सच की करेंगे, हक सच की बात हम करेंगे। वीडियो को शेयर करने की जिम्मेवारी आप लोगों की है। गज के आखो, वाहेगुरु जी का खालसा, वाहेगुरु जी की फतेह।